Hello students, I am Gurshan Singh Brad and today we are going to do 10th class English lesson from First Flight book. It is your fourth poem, How to Tell Wild Animals, written by Carolyn Wells. ਪੋਇਮ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਬਹੁਤ ਹੀ ਹਿਊਮਰਸ ਪੋਮ ਹੈ। ਇਸ ਵਿੱਚ ਪੋਇਟ ਸਾਨੂੰ ਇਹ ਦੱਸਦੀ ਹੈ ਕਿ ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ ਅਲੱਗ-ਅਲੱਗ ਵਾਈਲਡ ਐਨੀਮਲਸ ਨੂੰ, ਤੇ ਉਹ ਕਈ ਅਲੱਗ-ਅਲੱਗ ਐਨੀਮਲਸ ਦੀ ਐਗਜ਼ਾਮਪਲ ਵੀ ਲੈਂਦੀ ਹੈ ਤੇ ਸਾਨੂੰ ਦੱਸਦੀ ਹੈ ਕਿ ਇਹਨਾਂ ਦੇ ਕੀ ਡਿਸਟਿੰਕਟਿਵ ਫੀਚਰਸ ਹਨ, ਯੂਨਿਕ ਕੁਆਲਿਟੀਜ਼ ਕੀ ਹਨ ਇਹਨਾਂ ਦੀਆਂ, ਜਿਨ੍ਹਾਂ ਦੇ ਬੇਸ ਉੱਤੇ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ। ਪੋਇਟ ਬੜੇ ਹੀ ਹਿਊਮਰਸ ਵੇ ਵਿੱਚ ਸਾਨੂੰ ਇਹ ਪੋਇਮ ਸੁਣਾ ਰਹੀ ਹੈ। ਲੈਟਸ ਸਟਾਰਟ ਦਾ ਪੋਮ। We will read the poem, discuss the different word meaning and the poetic devices that have been used. First stanza is before you. If ever you should go by chance to jungles in the east, and if there should to you advance a large tiny beast, if he roars at you as you are dying, you will know it is the Asian lion. ਟਾਈਨੀ ਕੀ ਹੁੰਦਾ ਹੈ? ਔਰੇਂਜ ਬਰਾਊਨ ਔਰ ਯੈਲੋਇਸ਼ ਬਰਾਊਨ ਕਲਰ। ਪੋਇਟ ਕੀ ਕਹਿ ਰਹੀ ਹੈ ਇਸ ਵਿੱਚ? ਇਫ ਐਵਰ ਯੂ ਸ਼ੁੱਡ ਗੋ ਬਾਈ ਚਾਂਸ, ਜੇਕਰ ਕਦੇ ਤੁਸੀਂ ਬਾਈ ਚਾਂਸ ਚਲੇ ਜਾਓ। ਸ਼ੁੱਡ ਪੋਸੀਬਿਲਿਟੀ ਸ਼ੋ ਕਰਨ ਦੇ ਲਈ ਯੂਜ਼ ਹੁੰਦਾ ਹੈ। ਇਫ ਐਵਰ ਯੂ ਸ਼ੁੱਡ ਗੋ ਬਾਈ ਚਾਂਸ ਟੂ ਜੰਗਲਸ ਇਨ ਦਾ ਈਸਟ, ਜੇਕਰ ਤੁਸੀਂ ਕਦੇ ਈਸਟ ਦੇ ਜੰਗਲਾਂ ਦੇ ਵੱਲ ਚਲੇ ਜਾਓ। ਐਂਡ if there should to you advance, ਅਤੇ ਜੇਕਰ there ਕੀ ਹੁੰਦਾ ਹੈ ਉੱਥੇ, should to you advance ਤੁਹਾਡੇ ਵੱਲ ਕੋਈ ਵਧੇ, a large tiny beast ਕੌਣ ਵਧੇ ਜੇਕਰ ਤੁਹਾਡੇ ਵੱਲ? ਇੱਕ ਵੱਡਾ tiny beast ਹੁੰਦਾ ਜਾਨਵਰ। tiny ਮੈਂ ਤੁਹਾਨੂੰ ਦੱਸ ਦਿੱਤਾ, orange brown ਕਲਰ ਦਾ ਕੋਈ beast ਤੁਹਾਡੇ ਵੱਲ ਵਧੇ। if he roars at you as you are dying, ਜੇਕਰ ਉਹ ਤੁਹਾਡੇ ਵੱਲ ਕੀ ਹੈ? ਗਰਜਦਾ ਹੈ, ਰੋਰਸ ਕਰਦਾ ਹੈ। ਐਜ਼ ਯੂ ਆਰ ਡਾਇੰਗ, ਅਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਵੇ ਕਿ ਤੁਸੀਂ ਮਰ ਹੀ ਰਹੇ ਹੋ। ਯੂ ਵਿਲ ਨੋ ਇਟ ਇਜ਼ ਦਾ ਏਸ਼ੀਅਨ ਲਾਇਨ, ਤਾਂ ਤੁਸੀਂ ਜਾਣ ਜਾਣਾ ਕਿ ਇਹ ਕੀ ਹੈ? ਏਸ਼ੀਅਨ ਲਾਇਨ ਹੈ। ਇਸ ਤਰ੍ਹਾਂ ਪੋਇਟਸ ਹੈ ਜੋ ਇਸ ਸਟੈਂਜਾ ਦੇ ਵਿੱਚ ਏਸ਼ੀਅਨ ਲਾਇਨ ਦੇ ਫੀਚਰ ਦੱਸ ਰਹੀ ਹੈ ਕਿ ਜੇਕਰ ਤੁਸੀਂ ਕਦੇ ਬਾਈ ਚਾਂਸ ਈਸਟ ਦੇ ਜੰਗਲਾਂ ਦੇ ਵੱਲ ਚਲੇ ਜਾਓ ਤੇ ਉੱਥੇ ਤੁਹਾਡੇ ਵੱਲ ਕੌਣ ਵਧੇ? ਇੱਕ ਵੱਡਾ ਟਾਈਨੀ ਕਲਰ ਦਾ ਬੀਸਟ ਤੁਹਾਡੇ ਵੱਲ ਵਧੇ, ਇੱਕ ਜਾਨਵਰ ਤੁਹਾਡੇ ਵੱਲ ਆਵੇ ਤੇ ਉਹ ਇਸ ਤਰ੍ਹਾਂ ਗਰਜੇ ਕਿ ਤੁਹਾਡੀ ਜਾਨ ਹੀ ਨਿਕਲ ਰਹੀ ਹੋਵੇ, ਉਸ ਦੀ ਦਹਾੜ ਹੀ ਇੰਨੀ ਖਤਰਨਾਕ ਹੋਵੇ ਕਿ ਉਸ ਨੂੰ ਸੁਣ ਕੇ ਕੀ ਹੈ? ਤੁਹਾਡੀ ਜਾਨ ਹੀ ਨਿਕਲ ਰਹੀ ਹੋਵੇ, ਤਾਂ ਤੁਸੀਂ ਜਾਣ ਜਾਣਾ ਕਿ ਇਹ ਕੀ ਹੈ? ਏਸ਼ੀਅਨ ਲਾਇਨ ਹੈ। ਲੈਟਸ ਡੂ ਦਾ ਸੈਕੰਡ ਸਟੈਂਜਾ। ਔਰ ਇਫ ਸਮ ਟਾਈਮ ਵੈਨ ਰੋਮਿੰਗ ਅਰਾਊਂਡ, ਜੇਕਰ ਕਦੇ, ਵੈਨ ਰੋਮਿੰਗ ਅਰਾਊਂਡ ਕੀ ਹੈ? ਜੇਕਰ ਤੁਸੀਂ ਕਦੇ ਘੁੰਮ ਰਹੇ ਹੋਵੋ। ਆ ਨੋਬਲ ਵਾਈਲਡ ਬੀਸਟ ਗ੍ਰੀਟਸ ਯੂ। ਆ ਨੋਬਲ ਕੀ ਹੁੰਦਾ ਹੈ? ਰਾਇਲ। ਇੱਕ ਰਾਇਲ ਵਾਈਲਡ ਬੀਸਟ ਜੰਗਲੀ ਜਾਨਵਰ ਗ੍ਰੀਟਸ ਯੂ ਤੁਹਾਡਾ ਸਵਾਗਤ ਕਰਦਾ ਹੈ। ਵਿਦ ਬਲੈਕ ਸਟਰਾਈਪਸ ਔਨ ਆ ਯੈਲੋ ਗਰਾਊਂਡ। ਬਲੈਕ ਸਟਰਾਈਪਸ ਔਨ ਆ ਯੈਲੋ ਗਰਾਊਂਡ। ਗਰਾਊਂਡ ਕਿਸ ਚੀਜ਼ ਨੂੰ ਕਿਹਾ ਗਿਆ ਇੱਥੇ? ਬੈਕਗਰਾਊਂਡ। ਜਿਸ ਤਰ੍ਹਾਂ ਤੁਸੀਂ ਇਹ ਵੇਖ ਰਹੇ ਹੋ ਕਿ ਇੱਕ ਜੋ ਟਾਈਗਰ ਹੁੰਦਾ ਉਸਦੀ ਬੈਕਗਰਾਉਂਡ ਕੀ ਹੁੰਦੀ ਹੈ? ਬਾਡੀ ਦੀ ਯੈਲੋ ਹੁੰਦੀ ਹੈ, ਠੀਕ ਹੈ, ਅਤੇ ਉਸ ਉੱਪਰ ਕੀ ਹੁੰਦੀਆਂ? ਇਹ ਬਲੈਕ ਸਟਰਾਈਪਸ ਹੁੰਦੀਆਂ। ਕਲੀਅਰ? ਜੇਕਰ ਤੁਸੀਂ ਕੀ ਦੇਖੋ, ਇੱਕ ਯੈਲੋ ਬੈਕਗਰਾਉਂਡ ਵਾਲਾ ਬੀਸਟ ਵੇਖੋ, ਜਾਨਵਰ ਵੇਖੋ, ਅਤੇ ਜਿਸ ਉੱਪਰ ਕੀ ਹਨ? ਬਲੈਕ ਸਟਰਾਈਪਸ ਹੋਣ। ਜਸਟ ਨੋਟਿਸ ਇਫ ਹੀ ਈਟਸ ਯੂ, ਤਾਂ ਤੁਸੀਂ ਕੀ ਹੈ? ਇਸ ਗੱਲ ਵੱਲ ਧਿਆਨ ਦਿਓ, ਜੇਕਰ ਉਹ ਤੁਹਾਨੂੰ ਖਾਂਦਾ ਹੈ, ਖਾਣ ਦੇ ਲਈ ਆਉਂਦਾ ਹੈ, ਦਾ ਸਿੰਪਲ ਰੂਲ ਮੇ ਹੈਲਪ ਯੂ, ਤਾਂ ਬਸ ਇਹੀ ਇੱਕ ਸਿੰਪਲ ਰੂਲ ਹੈ ਜੋ ਤੁਹਾਡੀ ਸਹਾਇਤਾ ਕਰੇਗਾ ਟੂ ਹੈਲਪ ਯੂ ਲਰਨ ਦਾ ਬੰਗਾਲ ਟਾਈਗਰ ਟੂ ਡਿਸਰਨ। ਡਿਸਰਨ ਕੀ ਹੁੰਦਾ? ਆਇਡੈਂਟੀਫਾਈ। ਤਾਂ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਉਹ ਕੀ ਹੈਗਾ? ਬੰਗਾਲ ਟਾਈਗਰ ਹੈ। ਕਲੀਅਰ? ਕੀ ਕਿਹਾ ਇਸ ਸਟੈਂਜਾ ਦੇ ਵਿੱਚ ਪੋਇਟਸ ਨੇ? ਜੇਕਰ ਤੁਸੀਂ ਕਦੇ ਘੁੰਮ ਰਹੇ ਹੋ, or if sometime when roaming around a noble wild beast greets you, ਘੁੰਮਦੇ ਹੋਇਆਂ ਨੂੰ ਤੁਹਾਨੂੰ ਇੱਕ ਨੋਬਲ ਯਾਨੀ ਕਿ ਇੱਕ ਰਾਇਲ ਵਾਈਲਡ ਬੀਸਟ ਹੈ ਜੋ ਜੰਗਲੀ ਜਾਨਵਰ ਹੈ ਤੁਹਾਡਾ ਸਵਾਗਤ ਕਰਦਾ ਹੈ। with black stripes on a yellow ground,
ਉਸਦੀ ਬੋਡੀ ਦੇ ਉੱਪਰ ਕੀ ਆ, ਜੋ ਯੈਲੋ ਬੋਡੀ ਹੈ ਉਸ ਉੱਪਰ ਬਲੈਕ ਸਟਰਾਈਪਸ ਹੋਣ, ਕਾਲੀਆਂ ਪੱਟੀਆਂ ਹੋਣ। ਜਸਟ ਨੋਟਿਸ ਇਫ ਹੀ ਈਟਸ ਯੂ, this simple rule may help you learn the Bengal tiger to discern। ਤਾਂ ਤੁਸੀਂ ਸਮਝ ਜਾਓ ਜੇਕਰ ਉਹ ਤੁਹਾਨੂੰ ਖਾਣ ਦੇ ਲਈ ਆਉਂਦਾ ਹੈ। ਕਲੀਅਰ। ਜੋ ਫਸਟ ਸਟੈਂਜਾ ਆਪਾਂ ਕੀਤਾ ਸੀ ਏਸ਼ੀਅਨ ਲਾਇਨ ਦੇ ਬਾਰੇ, ਉਸ ਵਿੱਚ ਪੋਇਟਸ ਨੇ ਕੀ ਕਿਹਾ ਸੀ ਕਿ ਉਹ ਬਹੁਤ ਉੱਚੀ ਦਹਾੜੇਗਾ, ਉਸਦੀ ਰੋਰ ਸੁਣ ਕੇ ਤੁਹਾਨੂੰ ਕੀ ਲੱਗੇਗਾ ਜਿਵੇਂ ਤੁਹਾਡੀ ਜਾਨ ਹੀ ਨਿਕਲ ਰਹੀ ਹੈ, ਪਰ ਉਹ ਅਟੈਕ ਕਰੇਗਾ ਤੁਹਾਡੇ ਤੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਪਰ ਇਸ ਸਟੈਂਜਾ ਦੇ ਵਿੱਚ ਕੀ ਹੈ, ਕਿਸ ਦੀ ਗੱਲ ਹੋ ਰਹੀ ਹੈ? ਬੰਗਾਲ ਟਾਈਗਰ ਦੀ। ਤੁਸੀਂ ਕਿਸ ਤਰ੍ਹਾਂ ਪਹਿਚਾਨ ਸਕਦੇ ਹੋ? ਨੋਟਿਸ ਕਰੋ ਜੇਕਰ ਉਹ ਤੁਹਾਨੂੰ ਖਾਣ ਦੇ ਲਈ ਆਉਂਦਾ ਹੈ, ਬਸ ਇਹੀ ਰੂਲ ਹੈ ਉਸ ਨੂੰ ਪਹਿਚਾਨਣ ਦਾ ਕਿ ਉਹ ਕੀ ਹੈ, ਇੱਕ ਬੰਗਾਲ ਟਾਈਗਰ ਹੈ। ਲੈਟਸ ਡੂ ਦਾ ਨੈਕਸਟ ਸਟੈਂਜਾ। ਇਫ ਸਟਰੋਲਿੰਗ ਫੋਰਥ a beast you view whose hide with spots is peppered, as soon as he has leapt on you, you will know it is the leopard. It will do no good to roar with pain, he will only leap and leap again। Strolling means walking casually, ਆਮ ਤਰੀਕੇ ਨਾਲ ਹੀ ਵੈਸੇ ਚੱਲਣਾ, ਘੁੰਮਣਾ, walking casually। fourth ਕੀ ਹੁੰਦਾ? forward। ਹਾਈਡ ਕੀ ਹੁੰਦਾ ਹੈ? ਐਨੀਮਲ ਸਕਿਨ, ਜੋ ਸਕਿਨ ਹੁੰਦੀ ਹੈ ਨਾ ਜਾਨਵਰ ਦੀ, ਉਸਨੂੰ ਕੀ ਕਹਿੰਦੇ ਆ? ਹਾਈਡ। ਪੈਪਰਡ ਹੁੰਦਾ ਹੈ ਕਵਰਡ ਵਿਦ ਸਪੌਟਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਾ ਇਸ ਤੇ ਬੋਡੀ ਦੇ ਉੱਪਰ, ਲੇਪਰਡ ਦੀ ਬੋਡੀ ਦੇ ਉੱਪਰ ਕੀ ਹੈ? ਸਪੌਟਸ ਨੇ, ਇਹਨਾਂ ਨੂੰ ਪੈਪਰਡ ਕਹਿੰਦੇ ਆ। ਲੈਫਟ, ਲੈਫਟ ਕੀ ਹੁੰਦਾ ਹੈ? ਟੇਕਨ ਅ ਜੰਪ ਟੁਵਰਡ ਸਮਵਨ, ਕਿਸੇ ਦੇ ਵੱਲ ਜੰਪ ਲਗਾਉਣਾ, ਉਸਨੂੰ ਫੜਨ ਦੇ ਲਈ, ਉਸਨੂੰ ਖਾਣ ਦੇ ਲਈ ਜੰਪ ਲਗਾ ਦੇਣਾ, ਕੀ ਹੈ ਇਹ? ਲੈਫਟ। ਹੁਣ ਇਹ ਵੇਖੋ, ਇਫ ਸਟਰੋਲਿੰਗ ਫੋਰਥ, ਜੇਕਰ ਤੁਸੀਂ ਕੀ ਹੈ ਘੁੰਮ ਰਹੇ ਹੋਵੋ, ਆ ਬੀਸਟ ਯੂ ਵਿਊ, ਤਾਂ ਤੁਸੀਂ ਕੀ ਹੈ ਇੱਕ ਜਾਨਵਰ ਨੂੰ ਜੇਕਰ ਦੇਖੋ, whose hide with spots is peppered, ਜਿਸ ਦੀ ਜੋ ਹਾਈਡ ਹੈ, ਜੋ ਕਿ ਸਕਿਨ ਹੈ ਉਸਦੀ, with spots is peppered, ਜੋ ਕਿ ਹੈ ਕਵਰਡ ਹੋਈ ਹੋਈ ਹੈ ਸਪੌਟਸ ਦੇ ਨਾਲ, ਉਸ ਉੱਪਰ ਨਿਸ਼ਾਨ ਹਨ। as soon as he has leapt on you, ਜਿਉਂ ਹੀ ਉਹ ਤੁਹਾਡੇ ਉੱਪਰ ਲੈਫਟ ਕਰਦਾ ਹੈ, ਛਲਾਂਗ ਲਗਾਉਂਦਾ ਹੈ ਤੁਹਾਨੂੰ ਫੜਨ ਦੇ ਲਈ, ਉਹ ਜੰਪ ਕਰਦਾ ਹੈ, ਯੂ ਵਿਲ ਨੋ ਇਟ ਇਜ਼ ਦਾ ਲੈਪਰਡ, ਤਾਂ ਤੁਸੀਂ ਸਮਝ ਜਾਣਾ ਕਿ ਇਹ ਕੀ ਹੈ? ਲੈਪਰਡ ਹੈ। ਇਟ ਵਿਲ ਡੂ ਨੋ ਗੁੱਡ ਟੂ ਰੋਰ ਵਿਦ ਪੇਨ, ਤਾਂ ਕੋਈ ਵੀ ਫਾਇਦਾ ਨਹੀਂ ਹੋਵੇਗਾ ਜੇਕਰ ਤੁਸੀਂ ਚਿল্ਲਾਓਗੇ ਦਰਦ ਦੇ ਨਾਲ। ਹੀ ਵਿਲ ਓਨਲੀ ਲੈਪ ਐਂਡ ਲੈਪ ਅਗੇਨ, ਉਹ ਸਿਰਫ ਕੀ ਹੈ ਵਾਰ-ਵਾਰ ਕੀ ਹੈ ਤੁਹਾਡੇ ਉੱਪਰ ਜੰਪ ਲਗਾਏਗਾ। ਇੱਥੇ ਹੁਣ ਤੁਸੀਂ ਇਹ ਵੇਖੋ, ਲੈਫਟ ਜੋ ਪੋਇਟ ਨੇ ਯੂਜ਼ ਕਰ ਲਿਆ ਹੈ, ਇਸ ਵਿੱਚ ਪੋਇਟ ਨੂੰ ਕੀ ਹੈ? ਫਰੀडम ਹੁੰਦੀ ਹੈ ਕਿ ਉਹ ਕਿਸੇ ਵੀ ਵਰਡ ਨੂੰ ਇਸ ਤਰ੍ਹਾਂ ਚੇਂਜ ਕਰ ਸਕਦੇ ਹਨ, ਜਿਵੇਂ ਪੂਰੇ ਸਪੈਲਿੰਗ ਕੀ ਹਨ? LEAPT, ਪਰ ਪੋਇਟ ਨੇ ਇਸ ਵਿੱਚ ਕੀ ਯੂਜ਼ ਕੀਤਾ ਹੈ? ਲੈਪ ਯੂਜ਼ ਕੀਤਾ ਹੈ। ਕਲੀਅਰ। ਪੂਰੇ ਵਰਡ ਕੀ ਹਨ? LEAPT, ਪਰ ਪੋਇਟ ਨੇ ਕੀ ਯੂਜ਼ ਕੀਤਾ ਹੈ? ਇਸ ਵਿੱਚ ਲੈਪ ਯੂਜ਼ ਕੀਤਾ ਹੈ। ਤਾਂ ਤੁਸੀਂ ਇਹ ਕੀ ਹੈ, ਪੋਇਟ ਨੂੰ ਕੀ ਹੁੰਦੀ ਹੈ? ਪੂਰੀ ਤਰ੍ਹਾਂ ਫਰੀडम ਹੁੰਦੀ ਹੈ ਕਿ ਉਹ ਕਿਸੇ ਵੀ ਵਰਡ ਨੂੰ ਇਸ ਤਰ੍ਹਾਂ ਚੇਂਜ ਕਰ ਸਕਦੇ ਹਨ ਇੱਕ ਰਾਈਮ ਸਕੀਮ ਬਣਾਉਣ ਦੇ ਲਈ। ਕਲੀਅਰ। ਰਾਈਮ ਪੈਦਾ ਕਰਨ ਦੇ ਲਈ ਨਾ ਪੋਇਟ ਵਿੱਚ, ਪੋਇਮ ਦੇ ਵਿੱਚ ਇਸ ਤਰ੍ਹਾਂ ਚੇਂਜ ਕਰ ਸਕਦੇ ਨੇ। ਇਸ ਨੂੰ ਪੋਇਟਿਕ ਲਾਇਸੈਂਸ ਕਿਹਾ ਜਾਂਦਾ ਹੈ। ਕਲੀਅਰ। ਚਲੋ ਨੈਕਸਟ ਸਟੈਂਜਾ ਕਰਦੇ ਹਾਂ। ਇਫ ਵੈਨ ਯੂ ਆਰ ਵਾਕਿੰਗ ਰਾਉਂਡ ਯੂਅਰ ਯਾਰਡ, ਜੇਕਰ ਤੁਸੀਂ ਕੀ ਹੈ ਘੁੰਮ ਰਹੇ ਹੋਵੋ ਤੁਹਾਡੇ ਵਿਹੜੇ ਦੇ ਵਿੱਚ। ਯਾਰਡ ਕੀ ਹੁੰਦਾ ਹੈ? ਗਾਰਡਨ ਨੂੰ ਕਹਿੰਦੇ ਆ। ਆਪਣੇ ਗਾਰਡਨ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਤੁਸੀਂ ਘੁੰਮ ਰਹੇ ਹੋਵੋ, ਯੂ ਮੀਟ ਅ ਕ੍ਰੀਚਰ ਦੇਅਰ, ਅਤੇ ਤੁਸੀਂ ਉੱਥੇ ਇੱਕ ਜੀਵ ਨੂੰ ਮਿਲਦੇ ਹੋ, ਹੂ ਹਗਸ ਯੂ ਵੈਰੀ ਵੈਰੀ ਹਾਰਡ, ਜੋ ਕਿ ਤੁਹਾਨੂੰ ਕੀ ਹੈ ਜੱਫੀ ਪਾ ਲੈਂਦਾ ਹੈ। ਹਗਸ ਕੀ ਹੁੰਦਾ? ਕਿਸੇ ਨੂੰ ਜੱਫੀ ਪਾ ਲੈਣਾ। ਵੈਰੀ ਵੈਰੀ ਹਾਰਡ, ਬਹੁਤ ਕਸ ਕੇ ਤੁਹਾਨੂੰ ਜੱਫੀ ਪਾ ਲੈਂਦਾ ਹੈ। ਬੀ ਸ਼ੋਰ ਇਟ ਇਜ਼ ਅ ਬੇਅਰ, ਤਾਂ ਸ਼ੋਰ ਹੋ ਜਾਓ ਕਿ ਇਹ ਕੀ ਹੈ? ਇੱਕ ਭਾਲੂ ਹੈ। ਇਫ ਯੂ ਹੈਵ ਐਨੀ ਡਾਊਟਸ, ਜੇਕਰ ਤੁਹਾਨੂੰ ਕੋਈ ਡਾਊਟ ਹੈ ਇਸ ਕ੍ਰੀਚਰ ਬਾਰੇ, ਇਸ ਜਾਨਵਰ ਬਾਰੇ ਤੁਹਾਨੂੰ ਡਾਊਟ ਹੈ ਕਿ ਇਹ ਕੀ ਹੈ, ਆਈ ਗੈਸ, ਜੇਕਰ ਤੁਹਾਨੂੰ ਡਾਊਟ ਹੈ, ਹੀ ਵਿਲ ਗਿਵ ਯੂ ਜਸਟ ਵਨ ਮੋਰ, ਤਾਂ ਉਹ ਕੀ ਹੈ ਤੁਹਾਨੂੰ ਇੱਕ ਵਾਰ ਹੋਰ ਤੁਹਾਨੂੰ ਜੱਫੀ ਇੱਕ ਪਾਵੇਗਾ। ਕਲੀਅਰ। ਇਸ ਵਿੱਚ ਪੋਇਟਸ ਕੀ ਫੀਚਰਸ ਦੱਸ ਰਹੇ ਹਨ ਇੱਕ ਬੇਅਰ ਦੇ, ਇੱਕ ਭਾਲੂ ਦੇ, ਕਿ ਜੇਕਰ ਤੁਹਾਨੂੰ ਉਹ ਕਦੇ ਮਿਲ ਜਾਵੇ ਜਾਂ ਤੁਸੀਂ ਘੁੰਮ ਰਹੇ ਹੋਵੋ ਗਾਰਡਨ ਦੇ ਵਿੱਚ, ਤਾਂ ਉਹ ਕੀ ਹੈ ਤੁਹਾਨੂੰ ਕਸ ਕੇ ਜੱਫੀ ਪਾ ਲਵੇਗਾ। ਜਿਸ ਤਰ੍ਹਾਂ ਇਸ ਤੋਂ ਪਹਿਲਾਂ ਆਪਾਂ
ਜਿਨ੍ਹਾਂ ਐਨੀਮਲਸ ਬਾਰੇ ਗੱਲ ਕੀਤੀ ਹੈ ਪੋਇਟ ਨੇ ਗੱਲ ਕੀਤੀ ਹੈ ਉਹਨਾਂ ਨੂੰ ਕੀ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਕਿ ਉਹ ਤੁਹਾਡੇ ਉੱਤੇ ਕੀ ਕਰ ਦੇਣਗੇ ਅਟੈਕ ਕਰ ਦੇਣਗੇ ਤੁਹਾਨੂੰ ਖਾਣਗੇ ਪਰ ਬੇਅਰ ਬਾਰੇ ਕੀ ਕਿਹਾ ਕਿ ਉਹ ਤੁਹਾਨੂੰ ਕੀ ਹੈ ਜੱਫੀ ਪਾ ਲਵੇਗਾ ਕਲੀਅਰ ਇਹ ਪੋਇਟਸ ਦੀ ਕੀ ਹੈ ਇੱਕ ਥਿੰਕਿੰਗ ਹੈ ਕਿ ਉਹ ਤੁਹਾਨੂੰ ਜੱਫੀ ਪਾ ਲਵੇਗਾ ਇੱਕ ਜੈਂਟਲ ਹੱਗ ਦੇਵੇਗਾ ਤੁਹਾਨੂੰ ਕੀ ਹੈ ਵਾਰ-ਵਾਰ ਛੂਵੇਗਾ ਪਰ ਹੋ ਸਕਦਾ ਇਸ ਤਰ੍ਹਾਂ ਨਾ ਹੋਵੇ ਕਿ ਜੇਕਰ ਤੁਹਾਨੂੰ ਕੋਈ ਬੀਅਰ ਮਿਲ ਜਾਵੇ ਤੁਸੀਂ ਉਸ ਨੂੰ ਬਹੁਤ ਲਾਈਟਲੀ ਹੀ ਲੈ ਲਓ ਉਹ ਤੁਹਾਡੇ ਉੱਪਰ ਅਟੈਕ ਵੀ ਕਰ ਸਕਦਾ ਹੈ ਇਸ ਲਈ ਇਹ ਸਿਰਫ ਇੱਕ ਪੋਇਮ ਦੀ ਗੱਲ ਹੈ ਤੇ ਅਸਲ ਜੋ ਫੀਚਰਸ ਹਨ ਇੱਕ ਬੀਅਰ ਦੇ ਉਹ ਅਲੱਗ ਵੀ ਹੋ ਸਕਦੇ ਹਨ ਨੈਕਸਟ ਸਟੈਂਜਾ ਕਰ ਰਹੇ ਹਾਂ ਥਰੋ ਟੂ ਡਿਸਟਿੰਗੁਇਸ਼ ਬੀਸਟ ਟੂ ਪ੍ਰੇ ਦੋ to distinguish beast to prey a novice might nonplus the crocodile you always may tell from the hyena thus hyena come with merry smiles but if they weep they are crocodile beast of prey ਕੀ ਹੁੰਦਾ ਹੈ any animal that hunts ਕੋਈ ਵੀ ਜਾਨਵਰ ਜੋ ਸ਼ਿਕਾਰ ਕਰਦਾ ਹੈ ਨਾ ਆਪਣੇ ਨਾਲ ਦੇ ਜਾਨਵਰਾਂ ਨੂੰ ਮਾਰ ਕੇ ਖਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਆਪਾਂ beast of prey ਨੋਵਿਸ ਕੀ ਹੁੰਦਾ ਹੈ ਸਮਵਨ ਨਿਊ ਟੂ ਅ ਜੌਬ ਕਿਸੇ ਨਵੇਂ ਵਿਅਕਤੀ ਨੂੰ ਕਿਸੇ ਨਵੇਂ ਕੋਈ ਕੰਮ ਦੇ ਵਿੱਚ ਨਵਾਂ ਹੁੰਦਾ ਉਸ ਨੂੰ ਕੀ ਕਹਿ ਦਿੰਦੇ ਆਪਾਂ ਨੋਵਿਸ ਅਤੇ ਨੌਨ ਪਲੱਸ ਕਿਸ ਨੂੰ ਕਹਿੰਦੇ ਆ ਕਨਫਿਊਜ਼ਡ ਔਰ ਸਰਪ੍ਰਾਈਜ਼ਡ ਹੁਣ ਪੋਇਟਸ ਨੇ ਕੀ ਕਿਹਾ ਸਟੈਂਜਾ ਦੇ ਵਿੱਚ ਦੋ ਟੂ ਡਿਸਟਿੰਗੁਇਸ਼ ਬੀਸਟ ਟੂ ਪ੍ਰੇ ਅ ਨੋਵਿਸ ਮਾਈਟ ਨੌਨ ਪਲੱਸ ਜਦ ਜੋ ਸ਼ਿਕਾਰ ਕਰਨ ਵਾਲੇ ਜਾਨਵਰ ਹਨ ਉਹਨਾਂ ਦੇ ਵਿੱਚ ਕੋਈ ਡਿਫਰੈਂਸ ਕਰਨ ਦੇ ਵਿੱਚ ਇੱਕ ਨੋਵਿਸ ਹੈ ਜੋ ਕੋਈ ਨਵਾਂ ਵਿਅਕਤੀ ਹੈ ਹੋ ਸਕਦਾ ਉਹ ਕੀ ਹੈ ਕਨਫਿਊਜ਼ ਹੋ ਜਾਵੇ ਉਸ ਨੂੰ ਇਹ ਕਲੀਅਰ ਨਾ ਹੋਵੇ ਕਿ ਇਹ ਜਾਨਵਰ ਸ਼ਿਕਾਰ ਕਰਨ ਵਾਲੇ ਹਨ ਜਾਂ ਨਹੀਂ ਹਨ ਦ ਕ੍ਰੋਕੋਡਾਈਲ ਯੂ ਆਲਵੇਜ਼ ਮੇ ਟੈਲ ਫਰੋਮ ਦਾ ਹਾਈਨਾ ਦਸ ਤੁਸੀਂ ਇੱਕ ਕ੍ਰੋਕੋਡਾਈਲ ਦੀ ਇੱਕ ਹਾਈਨਾ ਦੇ ਨਾਲ ਇਸ ਤਰ੍ਹਾਂ ਡਿਸਟਿੰਗੁਇਸ਼ ਕਰ ਸਕਦੇ ਹੋ ਹਾਈਨਾ ਕਮਸ ਵਿਦ ਮੈਰੀ ਸਮਾਈਲ ਜਦ ਵੀ ਤੁਸੀਂ ਕਿਸੇ ਹਾਈਨਾ ਨੂੰ ਦੇਖੋਗੇ ਤਾਂ ਉਹ ਕੀ ਹੈ ਮੈਰੀ ਸਮਾਈਲਸ ਦੇ ਨਾਲ ਤੁਹਾਨੂੰ ਦਿਖੇਗਾ ਜਿਸ ਤਰ੍ਹਾਂ ਉਹ ਕੀ ਹੈ ਹੱਸ ਰਹੇ ਹੋਣ ਜਦ ਆਉਂਦੇ ਆ ਨਾ ਹਾਈਨਾਸ ਗਰੁੱਪਸ ਦੇ ਵਿੱਚ ਆਮ ਤੌਰ ਤੇ ਆਉਂਦੇ ਹੁੰਦੇ ਆ ਅਤੇ ਸ਼ਿਕਾਰ ਕਰਨ ਵਾਲੇ ਇਹ ਜਾਨਵਰ ਹਨ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਕਿ ਇਹ ਮੈਰੀ ਸਮਾਈਲਸ ਕਰ ਰਹੇ ਹਨ ਜਿਵੇਂ ਹੱਸ ਰਹੇ ਹਨ ਓਕੇ ਬਟ ਇਫ ਦੇ ਵੀਪ ਦੇ ਆਰ ਕ੍ਰੋਕੋਡਾਈਲ ਪਰ ਜੇਕਰ ਤੁਸੀਂ ਦੇਖੋ ਕਿ ਉਹ ਹੰਝੂ ਵਗਾ ਰਿਹਾ ਹੈ ਇੱਕ ਕ੍ਰੀਚਰ ਹੈ ਹੰਝੂ ਵਹਾ ਰਿਹਾ ਹੈ ਤਾਂ ਉਹ ਕੀ ਹੈ ਕ੍ਰੋਕੋਡਾਈਲ ਹੈ ਇੱਥੇ ਮੈਂ ਤੁਹਾਨੂੰ ਇੱਕ ਹੋਰ ਫੀਚਰ ਕ੍ਰੋਕੋਡਾਈਲ ਬਾਰੇ ਦੱਸਣਾ ਚਾਹਾਂਗਾ ਕਿ ਜਦ ਵੀ ਉਹ ਸ਼ਿਕਾਰ ਕਰ ਲੈਂਦਾ ਨਾ ਕੁਝ ਖਾ ਰਿਹਾ ਹੁੰਦਾ ਹੈ ਕ੍ਰੋਕੋਡਾਈਲ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਕੀ ਹੈ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਹਨ ਇਸ ਦਾ ਕੋਈ ਕੁਆਲਿਟੀ ਹੈ ਇਸ ਦੀ ਕ੍ਰੋਕੋਡਾਈਲ ਦੀ ਲੈਟਸ ਸਟਾਰਟ ਨੈਕਸਟ ਸਟੈਂਜਾ ਦ ਟਰੂ ਕੈਮੀਲਿਓਨ ਇਜ਼ ਸਮਾਲ a lizard sort of thing he has no any ears at all and not a single wing if there is nothing on the tree it is the chameleon you see ਇਸ ਵਿੱਚ ਪੋਇਟਸ ਨੇ ਕੀ ਕਿਹਾ ਜੋ ਇੱਕ ਟ੍ਰਿਊ ਕੈਮੀਲੀਅਨ ਹੁੰਦੀ ਹੈ ਗਿਰਗਿਟ ਹੁੰਦੀ ਹੈ ਤੁਸੀਂ ਆਮ ਤੌਰ ਤੇ ਦਰਖਤਾਂ ਦੇ ਉੱਪਰ ਦੇਖੀ ਹੋਣੀ ਹੈ ਇਹ ਹਿੰਦੀ ਵਿੱਚ ਆਪਾਂ ਗਿਰਗਿਟ ਕਹਿ ਦਿੰਦੇ ਹਾਂ ਇਸ ਨੂੰ ਉਹ ਕੀ ਹੁੰਦੀ ਹੈ ਇੱਕ ਸਮਾਲ ਜੀਵ ਹੈ a lizard sort of thing ਇੱਕ ਛਿਪਕਲੀ ਦੀ ਤਰ੍ਹਾਂ ਇਹ ਜੀਵ ਹੁੰਦਾ ਹੈ he has not any ears at all ਉਸਦੇ ਕੋਈ ਕੰਨ ਵਗੈਰਾ ਨਹੀਂ ਹੁੰਦੇ and not a single wing ਅਤੇ ਨਾ ਹੀ ਉਸਦਾ ਕੋਈ ਕੀ ਹੈ ਖੰਭ ਵਗੈਰਾ ਹੁੰਦੇ ਹਨ ਵਿੰਗ ਵੀ ਨਹੀਂ ਹੁੰਦੇ if there is nothing on the tree ਜੇਕਰ ਤੁਸੀਂ ਦੇਖੋ ਨਾ ਕਿ ਦਰਖਤ ਉੱਪਰ ਕੁਝ ਵੀ ਨਹੀਂ ਹੈ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਦਰਖਤ ਉੱਪਰ ਕੁਝ ਵੀ ਨਹੀਂ ਹੈ it is the chameleon you see ਤਾਂ ਤੁਸੀਂ ਕੀ ਦੇਖੋਗੇ ਕਿ ਉੱਥੇ ਕੈਮੀਲੀਅਨ ਹੋ ਸਕਦੀ ਹੈ ਇੱਕ ਗਿਰਗਿਟ ਹੋ ਸਕਦੀ ਹੈ ਇਸ ਤਰ੍ਹਾਂ ਪੋਇਟਸ ਨੇ ਕਿਉਂ ਕਿਹਾ ਹੈ ਕਿ ਜੇਕਰ ਤੁਸੀਂ ਦੇਖੋ ਕਿ ਦਰਖਤ ਉੱਪਰ ਕੁਝ ਵੀ ਨਹੀਂ ਹੈ ਤੇ ਉੱਥੇ ਇੱਕ ਕੈਮੀਲੀਅਨ ਹੋ ਸਕਦੀ ਹੈ ਇਹ ਪੋਇਟਸ ਨੇ ਇਸ ਲਈ ਕਿਹਾ ਹੈ ਕਿ ਜੋ ਕੈਮੀਲੀਅਨ ਹੈ ਨਾ ਗਿਰਗਿਟ ਹੈ ਇਹ ਜਿਸ ਵੀ ਦਰਖਤ ਉੱਪਰ ਹੁੰਦੀ ਹੈ ਜਿਸ ਤਰ੍ਹਾਂ ਦੇ ਐਟਮੋਸਫੀਅਰ ਵਿੱਚ ਹੁੰਦੀ ਹੈ ਉਸਦਾ ਆਲਾ ਦੁਆਲਾ ਜਿਸ ਤਰ੍ਹਾਂ ਦਾ ਹੁੰਦਾ ਹੈ ਉਹ ਆਪਣੇ ਆਪ ਦਾ ਜੋ ਕਲਰ ਹੈ ਉਸਦੇ ਅਕੋਰਡਿੰਗ ਹੀ ਚੇਂਜ ਕਰ ਲੈਂਦੀ ਹੈ ਜੇਕਰ ਉਹ ਕਿਸੇ ਬਰਾਊਨ ਵੁੱਡ ਉੱਪਰ ਬੈਠੀ ਹੈ ਤਾਂ ਆਪਣਾ ਕਲਰ ਵੀ ਉਹ ਬਰਾਊਨ ਕਰ ਲਵੇਗੀ ਜੇਕਰ ਗ੍ਰੀਨ ਲੀਵਸ ਦੇ ਵਿੱਚ ਹੈ ਤਾਂ ਆਪਣਾ ਕਲਰ ਉਹ ਕੀ ਹੈ ਗ੍ਰੀਨ ਕਰ ਲੈਂਦੀ ਹੈ ਤੇ ਸਾਨੂੰ ਉਹ ਨਜ਼ਰ ਵੀ ਨਹੀਂ ਆਉਂਦੀ ਕਿ ਦਰਖਤ ਦੇ ਉੱਪਰ ਕੋਈ ਕੈਮੀਲੀਅਨ ਹੈ ਕੋਈ ਗਿਰਗਿਟ ਹੈ okay students we have read the poem I have explained the difficult words also now we will see the poetic devices used in it
First of all, discuss the rhyme scheme of this poem. We will start from first stanza. ਰਾਈਮ ਸਕੀਮ ਇਸ ਵਿੱਚ ਕੀ ਹੈ, ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਰਾਈਮ ਸਕੀਮ ਹੁੰਦੀ ਕੀ ਹੈ। ਜਿੰਨੀਆਂ ਵੀ ਲਾਈਨਾਂ ਦੇ ਲਾਸਟ ਵਰਡਸ ਹੁੰਦੇ ਹਨ ਨਾ, ਉਹਨਾਂ ਵਿੱਚ ਕੋਈ ਸਿਮਿਲੈਰਿਟੀ ਹੈ, ਕੋਈ ਮਿਊਜ਼ੀਕਲ ਸਿਮਿਲੈਰਿਟੀ ਤੁਹਾਨੂੰ ਦਿਖ ਰਹੀ ਹੈ, ਇਹ ਪੈਟਰਨ ਹੁੰਦਾ ਹੈ ਇੱਕ। ਇਸ ਪੂਰੀ ਪੋਇਮ ਵਿੱਚ ਇੱਕ ਹੀ ਪੈਟਰਨ ਫੋਲੋ ਹੋ ਰਿਹਾ ਹੈ, ABABCC। ਸਾਰੇ ਸਟੈਂਜਾ ਦੇ ਵਿੱਚ ਤੁਹਾਨੂੰ ਇਹੀ ਰਾਈਮ ਸਕੀਮ ਦੇਖਣ ਨੂੰ ਮਿਲੇਗੀ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ ABABCC, ਇਹ ਵੇਖੋ ਚਾਂਸ, ਐਡਵਾਂਸ, ਈਸਟ, ਬੀਸਟ, ਕਲੀਅਰ, ਡਾਈਂਗ, ਲਾਈਨ, ਕਲੀਅਰ। ਇਹ ਇੱਕ ਪੋਇਟਿਕ ਡਿਵਾਈਸ ਹੁੰਦੀ ਹੈ। ਇਸ ਨੂੰ ਆਪਾਂ ਕੀ ਕਵਾਂਗੇ, ਚਾਂਸ ਨੂੰ ਆਪਾਂ A ਮੰਨ ਲਵਾਂਗੇ, ਉਸ ਤੋਂ ਅੱਗੇ ਐਡਵਾਂਸ ਇਹ ਹੋ ਗਏ, ਈਸਟ, ਬੀਸਟ, ਤਾਂ ਇਸ ਨੂੰ ਆਪਾਂ B ਲਿਖ ਦੇਵਾਂਗੇ, ਈਸਟ ਨੂੰ B ਲਿਖ ਦੇਵਾਂਗੇ, ਬੀਸਟ ਨੂੰ B ਲਿਖ ਦੇਵਾਂਗੇ, ਅਤੇ ਡਾਈਂਗ ਅਤੇ ਲਾਈਨ ਨੂੰ C। ਸਭ ਤੋਂ ਪਹਿਲਾਂ ਆਪਾਂ ਜੋ ਇੱਕ ਹੀ ਸਾਊਂਡ ਨਿਕਲ ਰਹੀ ਹੈ ਨਾ, ਸਭ ਤੋਂ ਪਹਿਲਾਂ ਆਪਾਂ ਉਸ ਨੂੰ ਲਿਖਦੇ ਹਾਂ, ਫਿਰ ਬਾਅਦ ਵਿੱਚ ਸੈਕੰਡ ਸਾਊਂਡ ਨੂੰ ਲਿਖਦੇ ਹਾਂ। ਜਿਵੇਂ ਚਾਂਸ, ਐਡਵਾਂਸ, ਇਸ ਨੂੰ ਆਪਾਂ ਕੀ ਲਿਖ ਦੇਵਾਂਗੇ, A, ਕਲੀਅਰ। ਉਸ ਤੋਂ ਅੱਗੇ ਕੀ ਲਿਖਾਂਗੇ, ਈਸਟ, ਬੀਸਟ। ਇਹਨਾਂ ਦੋਵਾਂ ਵਰਡਸ ਦੀ ਕੀ ਹੈ, ਸਾਊਂਡ ਸਿਮਿਲਰ ਹੈ, ਇਸ ਨੂੰ B ਲਿਖ ਦੇਵਾਂਗੇ। ਸਭ ਤੋਂ ਪਹਿਲਾਂ ਆਪਾਂ ਇੱਕ ਸਾਊਂਡ ਵੇਖਦੇ ਹਾਂ, ਕਲੀਅਰ। ਉਸ ਤੋਂ ਬਾਅਦ ਸੈਕੰਡ ਸਾਊਂਡ ਵੇਖਦੇ ਹਾਂ, ਫਿਰ ਥਰਡ ਸਾਊਂਡ ਵੇਖਦੇ ਹਾਂ। ਜਿਵੇਂ ਹੁਣ A ਤੇ ਈਸਟ ਕੀ ਹੈ, ਇੱਕ B ਤੇ ਆਵੇਗਾ ਆਪਣੇ ਕੋਲ। ਹੁਣ A ਅਤੇ A ਤਾਂ ਕੀ ਸਨ, ਚਾਂਸ ਵੀ A ਸੀ, ਐਡਵਾਂਸ ਵੀ A ਸੀ, ਤੇ ਇੱਕੋ ਸਾਊਂਡ ਸੀ ਨਾ ਇਹ। ਜੇਕਰ ਇੱਕ ਹੋਰ ਹੁੰਦਾ ਤਾਂ ਆਪਾਂ ਥਰਡ ਟਾਈਮ A ਲਿਖ ਦਿੰਦੇ, ਕਲੀਅਰ। ਹੁਣ ਹੋਰ ਕੋਈ ਸਾਊਂਡ ਇਸ ਤਰ੍ਹਾਂ ਨਹੀਂ ਹੈ, ਚਾਂਸ, ਐਡਵਾਂਸ, ਡਾਈਂਗ ਅਤੇ ਲਾਈਨ ਤਾਂ ਅਲੱਗ ਹੋ ਗਈ ਹੈ, ਕਲੀਅਰ। ਫਿਰ ਕੀ ਹੋਇਆ, ਇਹ ਚਾਂਸ, ਐਡਵਾਂਸ, A ਈਸਟ, ਬੀਸਟ, ਇਹ B ਹੈ, ਤਾਂ ਆਪਣੀ ਇੱਕ ਰਾਈਮ ਸਕੀਮ ਕੀ ਬਣ ਜਾਵੇਗੀ, AB, ਇਹ ਦੋਨੋਂ ਕੀ ਹਨ, ਇੱਕੋ ਹੀ ਹਨ, ਡਾਈਂਗ, ਲਾਈਨ। ਇਹਨੂੰ ਆਪਾਂ ਕੀ ਲਿਖ ਦੇਵਾਂਗੇ, C। ਤਾਂ ਪੂਰੀ ਇਹ ਇੱਕ ਰਾਈਮ ਸਕੀਮ ਕੀ ਬਣ ਗਈ ਹੈ, ABABCC। ਓਕੇ, ਨੈਕਸਟ ਪੋਇਟਿਕ ਡਿਵਾਈਸ ਇਸ ਸਟੈਂਜਾ ਦੇ ਵਿੱਚ ਕੀ ਹੈ, ਐਂਜਾਬਮੈਂਟ ਹੈ। ਐਂਜਾਬਮੈਂਟ ਕੀ ਹੁੰਦੀ ਹੈ, ਜਦ ਇੱਕ ਹੀ ਲਾਈਨ ਜੋ ਕੀ ਹੈ ਕੰਟੀਨਿਊ ਹੋ ਰਹੀ ਹੈ ਦੋ ਸੈਂਟੈਂਸਸ ਦੇ ਵਿੱਚ, ਕੋਈ ਪੰਚੁਏਸ਼ਨ ਮਾਰਕਸ ਯੂਜ਼ ਨਹੀਂ ਕੀਤਾ ਗਿਆ। ਇਹ ਦੇਖੋ ਫਸਟ ਲਾਈਨ ਲਿਖੀ ਹੈ, ਉਸ ਤੋਂ ਬਾਅਦ ਕੋਈ ਵੀ ਪੰਚੁਏਸ਼ਨ ਮਾਰਕ ਯੂਜ਼ ਨਹੀਂ ਕੀਤਾ ਗਿਆ ਚਾਂਸ ਤੋਂ ਪਿੱਛੇ, ਅਤੇ ਸੈਕੰਡ ਲਾਈਨ ਸਟਾਰਟ ਹੋ ਗਈ, ਕਲੀਅਰ। ਇਸ ਤਰ੍ਹਾਂ ਜੇਕਰ ਕੋਈ ਲਾਈਨ ਕੰਟੀਨਿਊ ਹੋ ਰਹੀ ਹੈ ਬਿਨਾਂ ਕਿਸੇ ਪੰਚੁਏਸ਼ਨ ਮਾਰਕ ਤੋਂ, ਇਹ ਜੋ ਅਗਲਾ ਤੁਸੀਂ ਦੋ ਲਾਈਨਾਂ ਦਾ ਹੀ ਗਰੁੱਪ ਦੇਖ ਰਹੇ ਹੋ, ਇਸ ਦੇ ਵਿੱਚ ਵੀ ਇਸ ਦੇ ਥਰਡ ਲਾਈਨ ਦੇ ਵਿੱਚ ਕੋਈ ਪੰਚੁਏਸ਼ਨ ਮਾਰਕ ਯੂਜ਼ ਨਹੀਂ ਕੀਤਾ ਅਤੇ ਫੋਰਥ ਲਾਈਨ ਸਟਾਰਟ ਹੋ ਗਈ ਹੈ, ਇਹ ਵੀ ਕੀ ਹੈ, ਐਂਜਾਬਮੈਂਟ ਹੀ ਇਸ ਵਿੱਚ ਯੂਜ਼ ਕੀਤੀ ਗਈ ਹੈ। ਅਤੇ ਨੈਕਸਟ ਜੋ ਹੈ ਲਾਈਨਾਂ ਦੋ ਤੁਹਾਡੇ ਕੋਲ, ਇਸ ਦੇ ਵਿੱਚ ਵੀ ਲਾਸਟ ਉੱਤੇ ਪੰਚੁਏਸ਼ਨ ਮਾਰਕ ਨਹੀਂ, ਤੇ ਇਹ ਕੀ ਹੈ, ਸਟਾਰਟ ਕਰ ਦਿੱਤੀ ਹੈ ਲਾਈਨ, ਨੈਕਸਟ ਲਾਈਨ ਸਟਾਰਟ ਕਰ ਦਿੱਤੀ ਹੈ, ਇਸ ਨੂੰ ਵੀ ਕੀ ਕਵਾਂਗੇ ਆਪਾਂ, ਐਂਜਾਬਮੈਂਟ ਯੂਜ਼ ਕੀਤੀ ਹੈ। ਉਸ ਤੋਂ ਅੱਗੇ ਕੀ ਹੈ, ਆਪਾਂ ਨੂੰ ਐਸ਼ੋਨੈਂਸ ਵੀ ਯੂਜ਼ ਹੋ ਰਿਹਾ, ਕਿਉਂਕਿ ਵੋਵਲ ਸਾਊਂਡ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ ਇਸ ਵਿੱਚ। ਫਸਟ ਲਾਈਨ ਵਿੱਚ ਵੇਖੋ ਤੁਸੀਂ, ਉਹ ਵੋਵਲ ਤਾਂ ਤੁਹਾਨੂੰ ਇਹ ਕਲੀਅਰ ਹੀ ਹੋਣਗੇ, AEIOU ਵੋਵਲਸ ਹੁੰਦੇ ਹਨ। ਜਿਵੇਂ ਇੱਥੇ O ਹੈ, ਫਿਰ ਅੱਗੇ ਸ਼ੁੱਡ ਵਿੱਚ O ਹੈ, ਗੋ ਵਿੱਚ O ਹੈ, ਕਲੀਅਰ। ਇਹ ਕੀ ਹੈ, ਵੋਵਲ ਕਾਫੀ ਯੂਜ਼ ਇਸ ਵਿੱਚ ਹੋ ਰਹੇ ਹਨ, ਤਾਂ ਕੀ ਆਪਾਂ ਕਵਾਂਗੇ ਫਸਟ ਲਾਈਨ ਦੇ ਵਿੱਚ ਕੀ ਹੈ, ਐਸ਼ੋਨੈਂਸ ਹੈ ਪੋਇਟਿਕ ਡਿਵਾਈਸ। ਉਸ ਤੋਂ ਅੱਗੇ ਆਪਾਂ ਨੂੰ ਕੀ ਦਿਖ ਰਿਹਾ ਹੈ, ਥਰਡ ਲਾਈਨ ਦੇ ਵਿੱਚ ਦੇਖੋ O ਸ਼ੁੱਡ, 2 ਦੇ ਵਿੱਚ O ਹੈ, U ਦੇ ਵਿੱਚ O ਹੈ, ਕਲੀਅਰ। ਤਾਂ ਆਪਾਂ ਕੀ ਕਵਾਂਗੇ, ਪੋਇਟਿਕ ਡਿਵਾਈਸ ਇਸ ਵਿੱਚ ਵੀ ਕੀ ਹੈ, ਐਸ਼ੋਨੈਂਸ ਹੈ। ਉਸ ਤੋਂ ਅੱਗੇ ਤੁਹਾਨੂੰ ਫਿਫਥ ਲਾਈਨ ਦੇ ਵਿੱਚ ਵੀ ਵੋਵਲ ਦਿਖ ਰਿਹਾ ਹੈ, O ਫਿਰ ਹੈ, ਕਲੀਅਰ। ਤਾਂ ਇਹ ਕੀ ਹੈ, O ਜੋ ਵਰਡ ਹੈ ਉਹ ਕੀ ਹੈ, ਕਾਫੀ ਪ੍ਰੋਮੀਨੈਂਟ ਹੈ ਇਸ ਵਿੱਚ, ਤਾਂ ਆਪਾਂ ਪੋਇਟਿਕ ਡਿਵਾਈਸ ਕੀ ਕਹਾਂਗੇ, ਇਸ ਵਿੱਚ ਐਸ਼ੋਨੈਂਸ ਕਹਾਂਗੇ। ਨੈਕਸਟ ਸਟੈਂਜਾ ਵੇਖਦੇ ਹਾਂ ਕੀ ਪੋਇਟਿਕ ਡਿਵਾਈਸ ਇਸ ਵਿੱਚ ਯੂਜ਼ ਕੀਤੀ ਗਈ ਹੈ। ਰਾਈਮ ਸਕੀਮ ਤਾਂ ਉਹੀ ਹੈ ਜੋ ਫਸਟ ਸਟੈਂਜਾ ਦੇ ਵਿੱਚ ਸੀ, ਰਾਉਂਡ, ਗਰਾਊਂਡ, ਯੂ, ਲਰਨ, ਡਿਸਰਨ, ਕਲੀਅਰ। ਤਾਂ ਪੋਇਟਿਕ ਡਿਵਾਈਸ ਕੀ ਹੋਗੀ, A, ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀ, ਰਾਉਂਡ, ਗਰਾਊਂਡ ਵੀ A, AU ਵੀ B ਹੋ ਗਿਆ। ਤਾਂ ਕੀ ਅੱਗੇ ਲਰਨ ਅਤੇ ਡਿਸਰਨ ਨੂੰ ਆਪਾਂ C ਲਿਖ ਦੇਵਾਂਗੇ। ਤਾਂ ਪੋਇਟਿਕ ਇਹਦੇ ਵਿੱਚ ਜੋ ਰਾਈਮ ਸਕੀਮ ਹੈ ਉਹ ਕੀ ਹੋ ਗਈ, ABABCC, ਇਹ ਇਸ ਵਿੱਚ ਰਾਈਮ ਸਕੀਮ ਹੈ।
ਲਗਭਗ ਸਾਰੇ ਪੈਰਿਆਂ ਦੇ ਵਿੱਚ ਹੀ ਜਿੰਨੇ ਵੀ ਸਟੈਂਜਾਸ ਹੈਗੇ ਆ ਸਾਰਿਆਂ ਦੇ ਵਿੱਚ ਕੀ ਆ ਰਾਈਮ ਸਕੀਮ ਸੇਮ ਹੀ ਹੈ। ਉਸ ਤੋਂ ਅੱਗੇ ਕੀ ਹੈ ਐਲੀਟਰੇਸ਼ਨ ਵੀ ਆਪਾਂ ਦੇਖ ਰਹੇ ਆ। ਜਦ ਦੋ ਜਾਂ ਦੋ ਤੋਂ ਜ਼ਿਆਦਾ ਨੇੜੇ ਨੇੜੇ ਪਏ ਸ਼ਬਦਾਂ ਵਿੱਚ ਸੇਮ ਕੌਨਸੋਨੈਂਟ ਸਾਊਂਡ ਆ ਰਹੀ ਹੋਵੇ ਨਾ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਕੌਨਸੋਨੈਂਸ ਸੌਰੀ ਅਲਾਈਟਰੇਸ਼ਨ ਆਪਾਂ ਕਹਿ ਦਿੰਦੇ ਆ ਐਲੀਟਰੇਸ਼ਨ। ਕਲੀਅਰ ਕੀ ਕਹਿ ਦਿੰਦੇ ਆਪਾਂ ਐਲੀਟਰੇਸ਼ਨ। ਜਦ ਨੇੜੇ ਨੇੜੇ ਪਏ ਸ਼ਬਦ ਸੇਮ ਕੌਨਸੋਨੈਂਟ ਸਾਊਂਡ ਦੇ ਰਹੇ ਹੋਣ ਨਾ ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ ਐਲੀਟਰੇਸ਼ਨ ਹੁੰਦੀ ਹੈ। ਜਿਵੇਂ ਕਿ ਇਹਦੇ ਵਿੱਚ ਲਿਖਿਆ ਗਿਆ ਰੋਮਿੰਗ ਰਾਉਂਡ, ਠੀਕ ਹੈ। ਇਹ ਕੀ ਹਨ ਦੋਵੇਂ ਸ਼ਬਦ ਰੋਮਿੰਗ ਰਾਉਂਡ ਆਰ ਜੋ ਸਾਊਂਡ ਹੈਗੀ ਰ ਸਾਊਂਡ ਹੈ ਉਹ ਇੱਥੇ ਆ ਰਹੀ ਹੈ ਤੇ ਦੋਵੇਂ ਵਰਡ ਕੀ ਹੈ ਬਹੁਤ ਨੇੜੇ ਨੇੜੇ ਪਏ ਆ। ਕਲੀਅਰ ਨੇੜੇ ਨੇੜੇ ਦੋ ਸ਼ਬਦ ਪਏ ਹੋਣ, ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ ਤੇ ਉਹਨਾਂ ਦੇ ਵਿੱਚ ਕੀ ਹੈ ਸੇਮ ਇੱਕ ਸਾਊਂਡ ਜੋ ਹੈਗੀ ਹੈ ਉਹ ਜਦ ਆ ਰਹੀ ਹੈ ਕੌਨਸੋਨੈਂਟ ਸਾਊਂਡ ਆ ਰਹੀ ਹੈ ਤਾਂ ਆਪਾਂ ਉਹਨੂੰ ਕੀ ਕਵਾਂਗੇ ਐਲੀਟਰੇਸ਼ਨ ਕਵਾਂਗੇ। ਕਲੀਅਰ ਵੋਵਲ ਤੁਹਾਨੂੰ ਕਲੀਅਰ ਹੈ ਕਿ 5 ਵੋਵਲ ਹੁੰਦੇ ਹਨ ਏ ਈ ਆਈ ਓ ਯੂ ਤੇ ਜੋ ਕੀ ਹੈ 21 ਵਰਡਸ ਹੁੰਦੇ ਆ 21 ਸ਼ਬਦ ਜਿਹੜੇ ਹੁੰਦੇ ਆ ਉਹ ਕੌਨਸੋਨੈਂਟ ਹੁੰਦੇ ਆ। ਕਲੀਅਰ ਉਸ ਤੋਂ ਅੱਗੇ ਆਪਾਂ ਹੋਰ ਕੀ ਇਹਦੇ ਵਿੱਚ ਦਿਖ ਰਿਹਾ ਹੈ ਐਸ਼ੋਨੈਂਸ ਵੀ ਦਿਖ ਰਿਹਾ ਹੈ। ਜਿਵੇਂ ਉਹ ਸਾਊਂਡ ਤੁਸੀਂ ਦੇਖ ਰਹੇ ਹੋ ਕਾਫੀ ਪ੍ਰੋਮੀਨੈਂਟ ਹੈ। ਇਹ ਲੈਣਾ ਵੇਖੋ ਫਸਟ ਲਾਈਨ ਦੇ ਵਿੱਚ ਉਹ ਸਮ ਦੇ ਵਿੱਚ ਉਹ ਹੈ, ਰੋਮਿੰਗ ਵਿੱਚ ਉਹ ਹੈ, ਰਾਉਂਡ ਵਿੱਚ ਉਹ ਹੈ। ਕਲੀਅਰ ਉਹ ਸਾਊਂਡ ਹੈ ਜੋ ਕਾਫੀ ਪ੍ਰੋਮੀਨੈਂਟ ਹੈ। ਇਹ ਕੀ ਹੈ ਤਾਂ ਪੋਇਟਿਕ ਡਿਵਾਈਸ ਆਪਾਂ ਕੀ ਕਵਾਂਗੇ ਐਸ਼ੋਨੈਂਸ ਕਵਾਂਗੇ। ਜਦ ਵੋਵਲ ਸਾਊਂਡ ਆ ਰਹੀ ਹੋਵੇ ਨਾ ਕਾਫੀ ਆ ਰਹੀ ਹੋਵੇ ਵੋਵਲ ਸਾਊਂਡ ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ ਐਸ਼ੋਨੈਂਸ। ਕਲੀਅਰ ਤੇ ਉਸ ਤੋਂ ਅੱਗੇ ਹੋਰ ਆਪਾਂ ਇਹ ਦੇਖ ਰਹੇ ਹਾਂ ਥਰਡ ਲਾਈਨ ਦੇ ਵਿੱਚ ਵੀ ਕੀ ਹੈ ਉਹ ਸਾਊਂਡ ਕਾਫੀ ਆ ਰਹੀ ਹੈ। ਇੱਥੇ ਔਨ ਦੇ ਵਿੱਚ ਉਹ ਹੈ, ਯੈਲੋ ਵਿੱਚ ਉਹ ਹੈ, ਗਰਾਊਂਡ ਵਿੱਚ ਉਹ ਹੈ ਤਾਂ ਇੱਥੇ ਵੀ ਆਪਾਂ ਪੋਇਟਿਕ ਡਿਵਾਈਸ ਕੀ ਕਵਾਂਗੇ ਐਸ਼ੋਨੈਂਸ ਪੋਇਟਿਕ ਡਿਵਾਈਸ ਹੈ। ਉਸ ਤੋਂ ਅੱਗੇ ਕੀ ਹੈ ਨੈਕਸਟ ਸਟੈਂਜਾ ਦੇ ਵਿੱਚ ਆਪਾਂ ਪੋਇਟਿਕ ਡਿਵਾਈਸ ਦੇਖਦੇ ਹਾਂ ਅੱਗੇ। ਇਸ ਵਿੱਚ ਜੋ ਨੈਕਸਟ ਸਟੈਂਜਾ ਹੈ ਰਾਈਮ ਸਕੀਮ ਫਿਰ ਇਸ ਵਿੱਚ ਉਹੀ ਯੂਜ਼ ਕੀਤੀ ਗਈ ਹੈ ਵਿਊ ਯੂ ਪੈਪਰਡ ਲੈਪਰਡ ਪੇਨ ਅਗੇਨ, ਠੀਕ ਹੈ। ਆਪਾਂ ਲਾਸਟ ਜੋ ਵਰਡ ਹੁੰਦੇ ਆ ਨਾ ਉਹ ਦੇਖਣੇ ਹੁੰਦੇ ਆ ਪੋਇਟਿਕ ਡਿਵਾਈਸ ਦੇ ਲਈ। ਹੁਣ ਵਿਊ ਅਤੇ ਯੂ ਨੂੰ ਕੀ ਲਿਖ ਦੇਵਾਂਗੇ ਆਪਾਂ ਏ ਲਿਖ ਦੇਵਾਂਗੇ, ਪੈਪਰਡ ਅਤੇ ਲੈਪਰਡ ਨੂੰ ਬੀ ਲਿਖ ਦੇਵਾਂਗੇ। ਉਸ ਤੋਂ ਅੱਗੇ ਕੀ ਹੈ ਪੇਨ ਅਤੇ ਅਗੇਨ ਨੂੰ ਸੀ। ਤਾਂ ਪੋਇਟ ਆਪਣਾ ਰਾਈਮ ਸਕੀਮ ਕੀ ਹੋਗੀ ਇਸ ਵਿੱਚ ਏ ਬੀ ਸੀ ਇਹ ਆਪਣੀ ਰਾਈਮ ਸਕੀਮ ਹੋਗੀ। ਉਸ ਤੋਂ ਅੱਗੇ ਕੀ ਹੈ ਜੋ ਪੋਇਟਿਕ ਡਿਵਾਈਸ ਯੂਜ਼ ਕੀਤੀ ਗਈ ਹੈ ਤੁਸੀਂ ਇਹ ਵੇਖੋ ਐਲੀਟਰੇਸ਼ਨ ਪੋਇਟਿਕ ਡਿਵਾਈਸ ਦਿੱਤੀ ਗਈ ਹੈ। ਲਾਈਨ 3 ਵਿੱਚ ਕੀ ਤੁਹਾਨੂੰ ਦਿਖ ਰਿਹਾ ਹੈ ਹੀ ਹੈਜ਼, ਠੀਕ ਹੈ। ਐਚ ਸਾਊਂਡ ਕਾਫੀ ਰਿਪੀਟ ਹੋ ਰਹੀ ਹੈ। ਐਚ ਸਾਊਂਡ ਜੋ ਹੈ ਨਾ ਇਹ ਕੀ ਹੈ ਬਿਲਕੁਲ ਇਕੱਠੀ ਆ ਰਹੀ ਹੈ ਤਾਂ ਇਸ ਨੂੰ ਆਪਾਂ ਕੀ ਕਵਾਂਗੇ ਐਲੀਟਰੇਸ਼ਨ ਕਵਾਂਗੇ। ਦੈਨ देयर इज पोएटिक लाइसेंस जो मैं पहले ही गल की सी पोएटिक लाइसेंस है। इस विच लैफ्ट जो वर्ड है उसनों की लिख दिता है इन्होंने लैप लिख दिता है। क्लीयर लीप नू की लिख दिता है लैप लिख दिता है। तो तुहानू दस्सिया सी कि पोएट नू की हुंदा है कि आग्या हुंदी है पोएट नू उन्हां कोल इह हक हुंदा है कि कोई भी वो वर्ड नू इस तरह अपने अनुसार एक राइम पैदा करने दे लई पोएम दे विच यूज कर सकदे आ। ਤਾਂ ਇੱਥੇ ਉਹਨਾਂ ਨੇ ਕੀ ਲਿਖਿਆ ਹੈ ਲੈਫਟ ਨੂੰ LEA ਜੋ PT ਸ਼ਬਦ ਹੈ ਉਸ ਨੂੰ ਕੀ ਲਿਖ ਦਿੱਤਾ ਇਹਨਾਂ ਨੇ ਲੈਪ ਲਿਖ ਦਿੱਤਾ ਹੈ। ਕਲੀਅਰ ਇੱਕ ਰਾਈਮ ਪੈਦਾ ਕਰਨ ਦੇ ਲਈ ਤਾਂ ਇਹ ਪੋਇਟਿਕ ਲਾਇਸੈਂਸ ਅਸੀਂ ਇਸ ਨੂੰ ਕਹਾਂਗੇ। ਉਸ ਤੋਂ ਕੀ ਹੈ ਅੱਗੇ ਆਪਾਂ ਨੂੰ ਦੇਖਣ ਨੂੰ ਐਸ਼ੋਨੈਂਸ ਵੀ ਦੇਖਣ ਨੂੰ ਮਿਲਦਾ ਹੈ। ਜਿਵੇਂ ਲਾਈਨ 1st 2nd ਅਤੇ 5th ਦੇ ਵਿੱਚ ਤੁਹਾਨੂੰ ਕੀ ਹੈ ਉਹ ਸਾਊਂਡ ਕਾਫੀ ਦਿਖ ਰਹੀ ਹੈ। ਲਾਈਨ 1st ਵਿੱਚ ਉਹ ਸਾਊਂਡ ਕਾਫੀ ਹੈ। ਉਸ ਤੋਂ ਬਾਅਦ 3rd ਲਾਈਨ ਵਿੱਚ ਉਹ ਸਾਊਂਡ ਤੁਹਾਨੂੰ ਦਿਖ ਰਹੀ ਹੈ ਸੂਨ ਔਨ ਯੂ ਅਤੇ ਉਸ ਤੋਂ ਬਾਅਦ 5th ਲਾਈਨ ਵਿੱਚ ਵੀ ਡੂ ਔਨ ਗੁੱਡ ਰੋਰ ਇਹਨਾਂ ਦੇ ਵਿੱਚ ਉਹ ਸਾਊਂਡ ਤੁਹਾਨੂੰ ਕਾਫੀ ਦਿਖ ਰਹੀ ਹੈ। ਇਸ ਤਰ੍ਹਾਂ 1st 2nd ਅਤੇ 5th ਲਾਈਨ ਦੇ ਵਿੱਚ ਉਹ ਸਾਊਂਡ ਕਾਫੀ ਪ੍ਰੋਮੀਨੈਂਟ ਹੈ ਤਾਂ ਜਦ ਵੋਵਲ ਸਾਊਂਡ ਹੋਵੇ ਤਾਂ ਆਪਾਂ ਕੀ ਕਵਾਂਗੇ ਐਸ਼ੋਨੈਂਸ ਹੈ। ਉਸ ਤੋਂ ਅੱਗੇ ਕੀ ਹੈ ਕੌਨਸੋਨੈਂਸ ਵੀ ਹੈ। ਜਦ ਕੌਨਸੋਨੈਂਟ ਸਾਊਂਡ ਹੈ ਨਾ ਬਹੁਤ ਆ ਰਹੀ ਹੋਵੇ ਕੌਨਸੋਨੈਂਟ ਸਾਊਂਡ ਕਲੀਅਰ ਤਾਂ ਇਸ ਵਿੱਚ ਪੋਇਟਿਕ ਡਿਵਾਈਸ ਕੀ ਹੁੰਦੀ ਹੈ ਕੌਨਸੋਨੈਂਸ ਆਪਾਂ ਕਵਾਂਗੇ। ਕੌਨਸੋਨੈਂਟ ਸਾਊਂਡ ਕਾਫੀ ਆ ਰਹੀ ਹੋਵੇ ਨਾ ਤਾਂ ਆਪਾਂ ਪੋਇਟਿਕ ਡਿਵਾਈਸ ਕੀ ਕਵਾਂਗੇ ਕੌਨਸੋਨੈਂਸ ਕਵਾਂਗੇ। ਜਿਵੇਂ ਇਹ ਵੇਖੋ
ਲਾਸਟ ਲਾਈਨ ਦੇ ਵਿੱਚ ਐਲ, ਹੀ ਵਿਲ, ਇੱਥੇ ਐਲ ਹੋ ਰਿਹਾ ਸਾਊਂਡ ਆ ਰਹੀ ਹੈ, ਲੈਪ ਦੇ ਵਿੱਚ ਐਲ, ਫਿਰ ਲੈਪ ਵਿੱਚ ਐਲ, ਤਾਂ ਜਦ ਐਲ ਸਾਊਂਡ ਇੱਥੇ ਕਾਫੀ ਆ ਰਹੀ ਹੈ ਤਾਂ ਇਸ ਨੂੰ ਆਪਾਂ ਕੀ ਕਵਾਂਗੇ, ਕੌਨਸੋਨੈਂਸ ਕਵਾਂਗੇ। ਤੇ ਹੋਰ ਇਹਨੂੰ ਆਪਾਂ ਥਰਡ ਲਾਈਨ ਦੇ ਵਿੱਚ ਜੋ ਐਸ ਹੈ, ਸੂਨ, ਐਜ਼, ਇਹ ਆ ਰਹੇ ਹਨ ਤਾਂ ਇਸ ਨੂੰ ਵੀ ਆਪਾਂ ਕੀ ਕਵਾਂਗੇ, ਕੌਨਸੋਨੈਂਸ ਕਹਾਂਗੇ। ਉਸ ਤੋਂ ਅੱਗੇ ਆਪਾਂ ਨੈਕਸਟ ਸਟੈਂਜਾ ਦੇਖਦੇ ਹਾਂ। ਫੋਰਥ ਸਟੈਂਜਾ ਦੇ ਵਿੱਚ ਸਾਨੂੰ ਕੀ ਦਿਖਾਈ ਦੇ ਰਿਹਾ ਹੈ, ਜੋ ਤੁਹਾਨੂੰ ਮੈਂ ਦੱਸਿਆ ਸੀ ਕਿ ਜੋ ਪੋਇਟਿਕ ਡਿਵਾਈਸ, ਹੋਰ ਇਸ ਵਿੱਚ ਜਿਵੇਂ ਆਪਾਂ ਕੀ ਕਿਹਾ ਸੀਗਾ, ਰਾਈਮ ਸਕੀਮ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ। ਯਾਰਡ, ਹਾਰਡ, ਇਹ ਕੀ ਹੈ, ਸਾਊਂਡ ਸੇਮ ਹੀ ਹੈ। ਉਸ ਤੋਂ ਅੱਗੇ ਦੇਅਰ, ਬੇਅਰ, ਤੇ ਅੱਗੇ ਗੈਸ ਅਤੇ ਗੈਸ ਵਰਡ ਯੂਜ਼ ਹੋ ਰਿਹਾ ਹੈ। ਅਤੇ ਉਸ ਤੋਂ ਅੱਗੇ ਕੀ ਹੈ, ਇੱਕ ਲਾਸਟ ਲਾਈਨ ਦਾ ਵਰਡ ਕੀ ਹੈ ਇੱਥੇ, ਕੇਅਰ, ਕੇਅਰਸ, ਕੈਰਸ। ਇਹ ਕੀ ਹੈ, ਇਹਨਾਂ ਦੋਵੇਂ ਸਾਊਂਡ ਨੂੰ ਅਸੀਂ ਕੀ ਹੈ, ਬੜੀਆਂ ਇਹ ਕੀ ਹਨ, ਸੇਮ ਸਾਊਂਡ ਹੀ ਇਹਨਾਂ ਦੇ ਵਿੱਚੋਂ ਨਿਕਲ ਰਹੀ ਹੈ ਤਾਂ ਆਪਾਂ ਕੀ ਕਵਾਂਗੇ, ਯਾਰਡ ਅਤੇ ਹਾਰਡ ਨੂੰ ਕੀ ਲਿਖ ਦੇਵਾਂਗੇ, ਏ, ਦੇਅਰ ਅਤੇ ਬੇਅਰ ਨੂੰ ਆਪਾਂ ਬੀ ਲਿਖ ਦੇਵਾਂਗੇ, ਅਤੇ ਗੈਸ ਅਤੇ ਕਰੈਸ ਨੂੰ ਕੀ ਲਿਖ ਦੇਵਾਂਗੇ, ਆਪਾਂ ਸੀ ਲਿਖ ਦੇਵਾਂਗੇ। ਤਾਂ ਆਪਣੀ ਇਹ ਜੋ ਹੈ ਪੋਇਟਿਕ ਡਿਵਾਈਸ ਆਪਾਂ ਕੀ ਕਵਾਂਗੇ, ਰਾਈਮ ਸਕੀਮ ਕੀ ਕਵਾਂਗੇ, ਏ ਬੀ ਸੀ ਸੀ, ਇਹ ਪੋਇਟਿਕ ਡਿਵਾਈਸ ਵਿੱਚ ਹੈ। ਹੋਰ ਪੋਇਟਿਕ ਡਿਵਾਈਸ ਵਿੱਚ ਕੀ ਦਿਖ ਰਹੀ ਹੈ, ਐਨਜਾਬਮੈਂਟ ਵੀ ਹੈ। ਜਿਵੇਂ ਫਸਟ 2 ਲਾਈਨਸ ਦੇਖੋ, ਸੇਮ ਸੈਂਟੈਂਸ ਕੀ ਹੈ, ਕੰਟੀਨਿਊ ਹੋ ਰਿਹਾ ਹੈ। ਇਸ ਵਿੱਚ ਕੋਈ ਵੀ ਕੌਮਾ ਵਗੈਰਾ ਫਸਟ ਲਾਈਨ ਦੇ ਬਾਅਦ ਨਹੀਂ ਲਗਾਇਆ ਅਤੇ ਕੰਟੀਨਿਊ ਕਰ ਦਿੱਤਾ। ਉਸ ਤੋਂ ਅੱਗੇ ਕੀ ਹੈ, ਲਾਸਟ ਤੁਸੀਂ ਦੇਖ ਸਕਦੇ ਹੋ ਕਿ ਸੈਕਿੰਡ ਲਾਸਟ ਲਾਈਨ ਦੇ ਵਿੱਚ ਕੋਈ ਵੀ ਕੌਮਾ ਵਗੈਰਾ ਜਾਂ ਇਸ ਨੂੰ ਪੰਚੁਏਸ਼ਨ ਮਾਰਕ ਨਹੀਂ ਦਿੱਤਾ ਗਿਆ ਅਤੇ ਲਾਸਟ ਵਿੱਚ ਪੰਚੁਏਸ਼ਨ ਮਾਰਕ ਹੀ ਦਿੱਤਾ ਗਿਆ ਹੈ। ਤਾਂ ਇਹ ਵੀ ਇੱਕ ਪੋਇਟਿਕ ਡਿਵਾਈਸ ਕੀ ਹੋ ਜਾਂਦੀ ਹੈ, ਐਨਜਾਬਮੈਂਟ। ਜਦ ਬਿਨਾਂ ਕੋਈ ਪੰਚੁਏਸ਼ਨ ਮਾਰਕ ਯੂਜ਼ ਕੀਤੇ ਆਪਾਂ ਨੈਕਸਟ ਲਾਈਨ ਸਟਾਰਟ ਕਰ ਦਈਏ ਤਾਂ ਪੋਇਟਿਕ ਡਿਵਾਈਸ ਐਨਜਾਬਮੈਂਟ ਹੁੰਦੀ ਹੈ। ਅੱਗੇ ਸੈਕਿੰਡ ਲਾਈਨ ਵਿੱਚ ਈ ਸਾਊਂਡ ਹੈ ਜੋ ਕਾਫੀ ਪ੍ਰੋਮੀਨੈਂਟ ਹੈ, ਤਾਂ ਇੱਥੇ ਕੀ ਹੈ, ਐਸ਼ੋਨੈਂਸ ਯੂਜ਼ ਹੋ ਰਿਹਾ। ਜਿਵੇਂ ਈ, ਮੀਟ ਦੇ ਵਿੱਚ ਈ ਆਇਆ ਹੋਇਆ ਹੈ, ਕ੍ਰੈਚਰ ਦੇ ਵਿੱਚ ਈ ਆਇਆ ਹੋਇਆ ਹੈ, ਦੇਅਰ ਦੇ ਵਿੱਚ ਈ ਆਇਆ ਹੋਇਆ ਹੈ। ਇਹ ਕੀ ਹੈ, ਤੇ ਜਦ ਤੁਹਾਨੂੰ ਮੈਂ ਇਹ ਕਿਹਾ ਸੀ ਕਿ ਜਦ ਕੀ ਹੈ, ਕੋਈ ਵੋਵਲ ਸਾਊਂਡ ਜ਼ਿਆਦਾ ਆ ਰਹੀ ਹੋਵੇ ਤਾਂ ਆਪਾਂ ਕੀ ਕਵਾਂਗੇ, ਪੋਇਟਿਕ ਡਿਵਾਈਸ ਐਸ਼ੋਨੈਂਸ ਹੁੰਦੀ ਹੈ। ਜਦ ਕੌਨਸੋਨੈਂਟ ਸਾਊਂਡ ਆ ਰਹੀ ਹੋਵੇ ਤਾਂ ਪੋਇਟਿਕ ਡਿਵਾਈਸ ਕੌਨਸੋਨੈਂਸ ਹੁੰਦੀ ਹੈ। ਓਕੇ, ਨੈਕਸਟ ਸਟੈਂਜਾ ਆਪਾਂ ਦੇਖਦੇ ਹਾਂ। ਉਸ ਤੋਂ ਅੱਗੇ ਇਹ ਜੋ ਹੈ ਰਾਈਮ ਸਕੀਮ ਫੇਰ ਉਹੀ ਹੈ ਜਿਵੇਂ ਆਪਾਂ ਪਹਿਲੇ ਸਟੈਂਜਾ ਦੇ ਵਿੱਚ ਕੀਤੀਆਂ ਹਨ, ਪ੍ਰੇ, ਮੇ, ਨੌਨ ਪਲਸ, ਦਸ, ਸਮਾਈਲਸ, ਕ੍ਰੋਕੋਡਾਈਲਸ। ਹੁਣ ਵੇਖੋ ਤਾਂ ਪੋਇਟਿਕ ਡਿਵਾਈਸ ਆਪਾਂ ਕੀ ਕਵਾਂਗੇ, ਏ ਬੀ ਸੀ। ਇਹ ਕੀ ਹੈਗੀ, ਰਾਈਮ ਸਕੀਮ ਇਸ ਵਿੱਚ ਹੋ ਗਈ ਹੈ। ਅੱਗੇ ਤੁਸੀਂ ਫਸਟ ਅਤੇ ਸੈਕੰਡ ਸੈਂਟੈਂਸ ਵਿੱਚ ਦੇਖੋ ਕੀ ਹੈ, ਐਨਜਾਬਮੈਂਟ ਹੀ ਯੂਜ਼ ਕੀਤੀ ਗਈ ਹੈ ਕਿਉਂਕਿ ਫਸਟ ਸੈਂਟੈਂਸ ਤੋਂ ਬਾਅਦ ਕੋਈ ਵੀ ਇਹਨਾਂ ਨੇ ਇੱਥੇ ਪੰਚੁਏਸ਼ਨ ਮਾਰਕ ਨਹੀਂ ਯੂਜ਼ ਕੀਤਾ ਤੇ ਸੈਕੰਡ ਸੈਂਟੈਂਸ ਸ਼ੁਰੂ ਕਰ ਦਿੱਤਾ ਤਾਂ ਪੋਇਟਿਕ ਡਿਵਾਈਸ ਕੀ ਹੈ, ਐਨਜਾਬਮੈਂਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਉਸ ਤੋਂ ਅੱਗੇ 6th ਸਟੈਂਜਾ ਆਪਾਂ ਦੇਖਦੇ ਹਾਂ, ਜੋ ਲਾਸਟ ਸਟੈਂਜਾ ਹੈ। ਇਸ ਵਿੱਚ ਫੇਰ ਤੁਹਾਨੂੰ ਕੀ ਦਿਖ ਰਹੀ ਹੈ, ਸੇਮ ਜੋ ਕੀ ਹੈ ਆਪਣੀ ਰਾਈਮ ਸਕੀਮ ਜੋ ਹੈ ਉਹ ਸੇਮ ਹੀ ਦਿਖ ਰਹੀ ਹੈ ਜਿਵੇਂ ਜੋ ਪਹਿਲੇ ਸਟੈਂਜਾ ਦੇ ਵਿੱਚ ਆਈਆਂ ਹਨ। ਜਿਵੇਂ ਸਮਾਲ, ਆਲ, ਥਿੰਗ, ਵਿੰਗ, ਟਰੀ, ਸੀ। ਤਾਂ ਕੀ ਹੋ ਗਈ, ਏ ਬੀ ਸੀ। ਰਾਈਮ ਸਕੀਮ ਇਸ ਵਿੱਚ ਸੇਮ ਹੀ ਦਿੱਤੀ ਗਈ ਹੈ। Okay students, we have done line to line Punjabi explanation of this poem. I have explained difficult word meanings and rhyme scheme and other poetic devices that have been used in this poem. I hope you have understood this poem very well. Thanks.